ਅੱਜ ਆਪਾਂ ਕਰਾਂਗੇ ਬੇਟਾ ਮਿੱਥ ਕਥਾਵਾਂ। ਮੁੱਢਲੇ ਸਮਿਆਂ ਵਿੱਚ ਮਨੁੱਖ ਨੇ ਕੁਦਰਤ ਦੇ ਵਰਤਾਰਿਆਂ ਨੂੰ ਆਪਣੀ ਸੂਝ-ਬੂਝ ਅਨੁਸਾਰ ਕਲਪਨਿਕ ਕਹਾਣੀਆਂ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਇਸ ਨੂੰ ਹੀ ਅਸੀਂ ਮਿੱਥ ਕਥਾਵਾਂ ਕਹਿੰਦੇ ਹਾਂ। ਮਿੱਥ ਕਥਾਵਾਂ ਕਥਾ ਸਾਹਿਤ ਦਾ ਮੁੱਢਲਾ ਰੂਪ ਅਤੇ ਮਹੱਤਵਪੂਰਨ ਹਿੱਸਾ ਹਨ। ਮਿੱਥ ਕਥਾ ਅਸਲ ਵਿੱਚ ਇੱਕ ਕਹਾਣੀ ਹੀ ਹੁੰਦੀ ਹੈ। ਇਹਨਾਂ ਕਥਾਵਾਂ ਵਿੱਚ ਪ੍ਰਕਿਰਤਿਕ ਵਸਤਾਂ, ਰੁੱਖਾਂ, ਜੀਵ ਜੰਤੂਆਂ ਅਤੇ ਫੁੱਲਾਂ ਬੂਟਿਆਂ ਨੂੰ ਮਨੁੱਖਾਂ ਵਾਂਗ ਗੱਲਾਂ ਕਰਦੇ ਅਤੇ ਦਰਸਾਇਆ ਜਾਂਦਾ ਹੈ। ਅੱਜ ਆਪਾਂ ਬੇਟਾ ਮਿੱਥ ਕਥਾ ਕਰਾਂਗੇ ਪ੍ਰਹਲਾਦ ਭਗਤ। ਹਰਨਾਕਸ਼ ਅਤੇ ਪਰਨਾਕਸ਼ ਨਾਂ ਦੇ ਦੋ ਭਰਾ ਬੈਕੁੰਠ ਵਿੱਚ ਰਹਿੰਦੇ ਸਨ। ਦੇਵਤਿਆਂ ਦੇ ਸਰਾਪ ਕਾਰਨ ਇਹਨਾਂ ਨੂੰ ਬੈਕੁੰਠ ਵਿੱਚੋਂ ਨਿਕਲਣਾ ਪਿਆ। ਹਰਨਾਕਸ਼ ਧਰਤੀ ਉੱਤੇ ਆ ਕੇ ਰਾਜ ਕਰਨ ਲੱਗਾ, ਪਰ ਪਰਨਾਕਸ਼ ਦੀ ਜਿਹੜੀ ਅਚਾਨਕ ਮੌਤ ਹੋ ਗਈ। ਹਰਨਾਕਸ਼ ਅਜੇ ਬਲਵਾਨ ਸੀ, ਪਰ ਉਹ ਮੌਤ ਤੋਂ ਡਰਦਾ ਸੀ। ਮੌਤ ਉੱਤੇ ਕਾਬੂ ਪਾਉਣ ਲਈ ਉਹ ਆਪਣਾ ਰਾਜ ਭਾਗ ਛੱਡ ਕੇ ਹਿਮਾਲਾ ਪਰਬਤ ਵਿੱਚ ਪੁੱਜਾ ਅਤੇ ਤਪੱਸਿਆ ਕਰਨ ਲੱਗਿਆ। ਉਸਦੀ ਤਪੱਸਿਆ ਤੋਂ ਪ੍ਰਭਾਵਿਤ ਹੋ ਕੇ ਪਰਮਾਤਮਾ ਉਸਦੇ ਸਾਹਮਣੇ ਪ੍ਰਗਟ ਹੋਇਆ। ਹਰਨਾਕਸ਼ ਨੇ ਉਸ ਤੋਂ ਹੇਠ ਲਿਖੇ ਵਰ ਮੰਗੇ। ਮੈਂ ਨਾ ਦਿਨ ਨੂੰ ਮਰਾਂ, ਨਾ ਰਾਤ ਨੂੰ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਮੈਂ ਧਰਤੀ ਉੱਤੇ ਮਰਾਂ, ਨਾ ਆਕਾਸ਼ 'ਤੇ ਮਰਾਂ, ਨਾ ਬਿਮਾਰੀ ਨਾਲ ਮਰਾਂ ਅਤੇ ਨਾ ਹਥਿਆਰ ਨਾਲ ਮਰਾਂ। ਮੈਂ ਨਾ ਮਨੁੱਖ ਤੋਂ ਮਰਾਂ, ਨਾ ਪਸ਼ੂ ਤੋਂ ਮਰਾਂ। ਪਰਮਾਤਮਾ ਨੇ ਇਹ ਵਰ ਦੇ ਦਿੱਤੇ ਉਸਨੂੰ। ਹਰਨਾਕਸ਼ ਬੜਾ ਖੁਸ਼ ਹੋਇਆ। ਉਹ ਬੇਖੌਫ ਹੋ ਕੇ ਮੁੜ ਰਾਜ ਕਰਨ ਲੱਗਾ। ਉਸਨੇ ਹੰਕਾਰ ਵਿੱਚ ਆ ਕੇ ਲੋਕਾਂ ਉੱਤੇ ਜ਼ੁਲਮ ਕਰਨੇ ਆਰੰਭ ਕਰ ਦਿੱਤੇ। ਹੰਕਾਰ ਵਿੱਚ ਉਸਨੇ ਲੋਕਾਂ ਨੂੰ ਪਰਮਾਤਮਾ ਦੀ ਥਾਂ ਆਪਣਾ ਨਾਮ ਜਪਣ ਦਾ ਹੁਕਮ ਦਿੱਤਾ। ਕੁਝ ਸਮੇਂ ਪਿੱਛੋਂ ਹਰਨਾਕਸ਼ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਪ੍ਰਹਲਾਦ ਰੱਖਿਆ ਗਿਆ। ਪ੍ਰਹਲਾਦ ਵੱਡਾ ਹੋ ਕੇ ਉਸਨੂੰ ਪੜ੍ਹਨ ਲਈ ਭੇਜਿਆ ਗਿਆ। ਪਾਦੇ ਨੇ ਪ੍ਰਹਲਾਦ ਨੂੰ ਹਰਨਾਕਸ਼ ਦਾ ਨਾਂ ਜਪਣ ਦੀ ਸਿੱਖਿਆ ਦਿੱਤੀ, ਪਰ ਪ੍ਰਹਲਾਦ ਹਰਨਾਕਸ਼ ਦੀ ਥਾਂ ਪਰਮਾਤਮਾ ਦਾ ਨਾਂ ਜਪਦਾ ਸੀ। ਪਰਮਾਤਮਾ ਨੂੰ ਹਰਨਾਕਸ਼ ਨਾਲੋਂ ਵੱਡਾ ਸਮਝਦਾ ਸੀ। ਇਸ ਕਰਕੇ ਪਾਦੇ ਨੇ ਉਸਨੂੰ ਹਰਨਾਕਸ਼ ਕੋਲ ਸ਼ਿਕਾਇਤ ਕੀਤੀ। ਹਰਨਾਕਸ਼ ਨੇ ਪ੍ਰਹਲਾਦ ਨੂੰ ਸੱਦ ਕੇ ਪੁੱਛਿਆ ਕਿ ਉਸ ਦਾ ਨਾਮ ਜਪਣ ਦੀ ਥਾਂ ਪਰਮਾਤਮਾ ਦਾ ਨਾਮ ਕਿਉਂ ਜਪਦਾ ਹੈ। ਪ੍ਰਹਲਾਦ ਨੇ ਉੱਤਰ ਦਿੱਤਾ ਕਿ ਪਰਮਾਤਮਾ ਸਰਬ ਸ਼ਕਤੀਮਾਨ ਹੈ, ਉਸਨੇ ਹੀ ਸਾਰੀ ਕੁਦਰਤ ਨੂੰ ਰਚਿਆ ਹੈ। ਇਹ ਸੁਣ ਕੇ ਹਰਨਾਕਸ਼ ਗੁੱਸੇ ਵਿੱਚ ਆ ਗਿਆ। ਉਸਨੂੰ ਡਰ ਪੈ ਗਿਆ ਕਿ ਕਿਤੇ ਹੋਰ ਲੋਕ ਵੀ ਉਸ ਤੋਂ ਬਾਗੀ ਨਾ ਹੋ ਜਾਣ। ਉਸਨੇ ਕੜਕ ਵਿੱਚ ਕਿਹਾ ਕਿ ਸਭ ਤੋਂ ਵੱਧ ਸ਼ਕਤੀਸ਼ਾਲੀ ਮੈਂ ਹਾਂ, ਮੈਨੂੰ ਕੋਈ ਨਹੀਂ ਮਾਰ ਸਕਦਾ। ਮੈਂ ਤੈਨੂੰ ਹੁਣੇ ਮਾਰ ਕੇ ਸੁੱਟ ਸਕਦਾ ਹਾਂ। ਅਤੇ ਉਸਦੀ ਆਵਾਜ਼ ਸੁਣ ਕੇ ਪ੍ਰਹਲਾਦ ਦੀ ਮਾਂ ਵੀ ਉੱਥੇ ਆ ਗਈ। ਉਸਨੇ ਹਰਨਾਕਸ਼ ਅੱਗੇ ਤਰਲੇ ਕੀਤੇ ਕਿ ਉਹ ਪ੍ਰਹਲਾਦ ਨੂੰ ਨਾ ਮਾਰੇ। ਉਸਨੇ ਉਸਨੂੰ ਸਮਝਾਉਣ ਦਾ ਯਤਨ ਵੀ ਕੀਤਾ। ਉਸਨੇ ਪ੍ਰਹਲਾਦ ਨੂੰ ਉਸਦੇ ਪਿਤਾ ਦੀ ਸ਼ਕਤੀ 'ਤੇ ਪ੍ਰਾਪਤ ਕੀਤੇ ਵਰਾਂ ਬਾਰੇ ਦੱਸ ਕੇ ਕਿਹਾ ਕਿ ਉਸਦੀ ਗੱਲ ਨੂੰ ਉਹ ਮੰਨ ਜਾਵੇ ਅਤੇ ਉਸਦਾ ਨਾਮ ਜਪੇ। ਪ੍ਰਹਲਾਦ ਨੇ ਉੱਤਰ ਦਿੱਤਾ ਕਿ ਸਭ ਤੋਂ ਸ਼ਕਤੀਮਾਨ ਭਗਵਾਨ ਹੈ, ਜਿਸ ਨੇ ਸਾਨੂੰ ਸਾਰਿਆਂ ਨੂੰ ਬਣਾਇਆ ਹੈ। ਪਿਤਾ ਜੀ ਨੂੰ ਵੀ ਉਸਨੇ ਹੀ ਬਣਾਇਆ ਹੈ। ਪ੍ਰਹਲਾਦ ਦਾ ਉੱਤਰ ਸੁਣ ਕੇ ਉਸਦੀ ਮਾਂ ਬੇਬਸ ਹੋ ਗਈ। ਪ੍ਰਹਲਾਦ ਨੂੰ ਆਪਣੇ ਵਿਸ਼ਵਾਸ ਉੱਤੇ ਦ੍ਰਿੜ ਦੇਖ ਕੇ ਹਰਨਾਕਸ਼ ਨੂੰ ਹੋਰ ਗੁੱਸਾ ਚੜ੍ਹ ਗਿਆ। ਉਸਨੇ ਜਲਾਦਾਂ ਨੂੰ ਹੁਕਮ ਦਿੱਤਾ ਕਿ ਉਹ ਪ੍ਰਹਲਾਦ ਨੂੰ ਸਮੁੰਦਰ ਵਿੱਚ ਡੋਬ ਕੇ ਮਾਰ ਦੇਣ। ਜਲਾਦ ਪ੍ਰਹਲਾਦ ਨੂੰ ਸਮੁੰਦਰ ਵਿੱਚ ਸੁੱਟਣ ਲਈ ਲੈ ਤੁਰੇ, ਪਰ ਜਦੋਂ ਉਹਨਾਂ ਪ੍ਰਹਲਾਦ ਨੂੰ ਸਮੁੰਦਰ ਵਿੱਚ ਸੁੱਟਿਆ, ਸਮੁੰਦਰ ਦੀ ਇੱਕ ਲਹਿਰ ਨੇ ਪ੍ਰਹਲਾਦ ਨੂੰ ਮੁੜ ਕਿਨਾਰੇ ਉੱਤੇ ਸੁੱਟ ਦਿੱਤਾ। ਜਲਾਦਾਂ ਨੇ ਪ੍ਰਹਲਾਦ ਨੂੰ ਮੁੜ ਸਮੁੰਦਰ ਵਿੱਚ ਸੁੱਟਿਆ, ਪਰ ਉਹ ਫਿਰ ਬਾਹਰ ਆ ਗਿਆ। ਜਲਾਦਾਂ ਨੇ ਆ ਕੇ ਸਾਰੀ ਗੱਲ ਹਰਨਾਕਸ਼ ਨੂੰ ਦੱਸੀ। ਹਰਨਾਕਸ਼ ਨੇ ਉਸਨੂੰ ਕਿਹਾ ਕਿ ਉਹ ਪ੍ਰਹਲਾਦ ਨੂੰ ਕਿਸੇ ਉੱਚੇ ਪਰਬਤ ਤੋਂ ਸੁੱਟ ਕੇ ਮਾਰ ਦੇਣ। ਜਦੋਂ ਜਲਾਦਾਂ ਨੇ ਇੰਝ ਕੀਤਾ ਤਾਂ ਪ੍ਰਹਲਾਦ ਇੱਕ ਸੰਘਣੇ ਰੁੱਖ ਉੱਤੇ ਆ ਡਿੱਗਿਆ ਅਤੇ ਉਸਨੂੰ ਕੋਈ ਸੱਟ ਨਾ ਲੱਗੀ। ਫਿਰ ਹਰਨਾਕਸ਼ ਨੇ ਪ੍ਰਹਲਾਦ ਨੂੰ ਇੱਕ ਪਾਗਲ ਹਾਥੀ ਅੱਗੇ ਸੁੱਟਿਆ, ਪਰ ਜਿਹੜਾ ਹਾਥੀ ਨੇ ਪ੍ਰਹਲਾਦ ਨੂੰ ਕੁਝ ਨਾ ਕਿਹਾ। ਹਰਨਾਕਸ਼ ਦੀ ਇੱਕ ਭੈਣ ਸੀ,
ਉਸਨੂੰ ਵਰ ਮਿਲਿਆ ਹੋਇਆ ਸੀ ਕਿ ਉਹ ਅੱਗ ਵਿੱਚ ਨਹੀਂ ਸੜ ਸਕਦੀ। ਅਤੇ ਉਸ ਨੂੰ ਸਲਾਹ ਦਿੱਤੀ ਗਈ ਕਿ ਜਿਹੜੀ ਉਸਦੀ ਭੈਣ ਨੂੰ ਵਰ ਮਿਲਿਆ ਹੋਇਆ ਸੀ ਉਸ ਨੂੰ ਨਾਲ ਸਲਾਹ ਕਰਕੇ ਉਹ ਉਸਨੂੰ ਆਪਣੀ ਬੁੱਕਲ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ ਤਾਂ ਜੋ ਪ੍ਰਹਲਾਦ ਸੜ ਕੇ ਮਰ ਜਾਵੇ। ਪਰ ਹੋਇਆ ਇਹ ਕਿ ਹੋਲਿਕਾ ਸੜ ਗਈ, ਪ੍ਰਹਲਾਦ ਬਚ ਗਿਆ। ਹੁਣ ਹਰਨਾਕਸ਼ ਨੂੰ ਹੋਰ ਗੁੱਸਾ ਚੜ੍ਹ ਗਿਆ ਅਤੇ ਉਹ ਗੁੱਸੇ ਵਿੱਚ ਪਾਗਲ ਹੋ ਗਿਆ। ਉਸਨੇ ਇੱਕ ਲੋਹੇ ਦਾ ਥੰਮ ਨੂੰ ਗਰਮ ਕਰਵਾਇਆ ਅਤੇ ਉਸਨੇ ਲੋਹੇ ਦੇ ਥੰਮ ਨੂੰ ਅੱਗ ਨਾਲ ਲਾਲ ਹੋਏ ਥੰਮ ਕੋਲ ਪ੍ਰਹਲਾਦ ਨੂੰ ਸੱਦ ਕੇ ਪੁੱਛਿਆ ਕਿ ਤੇਰਾ ਪਰਮਾਤਮਾ ਕਿੱਥੇ ਹੈ। ਪ੍ਰਹਲਾਦ ਨੇ ਉੱਤਰ ਦਿੱਤਾ, ਪਰਮਾਤਮਾ ਤਾਂ ਕਣ ਕਣ ਵਿੱਚ ਵਸਦਾ ਹੈ। ਉਹ ਮੇਰੇ ਵਿੱਚ, ਤੁਹਾਡੇ ਵਿੱਚ ਅਤੇ ਸਾਰਿਆਂ ਵਿੱਚ ਹੈ। ਹਰਨਾਕਸ਼ ਨੇ ਪੁੱਛਿਆ ਕਿ ਪਰਮਾਤਮਾ ਇਸ ਸੜਦੇ ਥੰਮ ਵਿੱਚ ਵੀ ਹੈ। ਪ੍ਰਹਲਾਦ ਨੇ ਹਾਂ ਵਿੱਚ ਉੱਤਰ ਦਿੱਤਾ। ਤਦ ਹਰਨਾਕਸ਼ ਨੇ ਕਿਹਾ ਕਿ ਜੇ ਪਰਮਾਤਮਾ ਇਸ ਸੜਦੇ ਥੰਮ ਵਿੱਚ ਹੈ ਤਾਂ ਉਹ ਉਸ ਥੰਮ ਨੂੰ ਜੱਫੀ ਪਾ ਲਵੇ। ਇਸ ਸਮੇਂ ਪ੍ਰਹਲਾਦ ਨੂੰ ਥੰਮ ਉੱਤੇ ਇੱਕ ਕੀੜੀ ਤੁਰਦੀ ਨਜ਼ਰ ਆਈ। ਪ੍ਰਹਲਾਦ ਨੇ ਨਿਡਰ ਹੋ ਕੇ ਥੰਮ ਜਿਹੜਾ ਸੀਗਾ ਉਸਨੂੰ ਜੱਫੀ ਪਾ ਲਈ ਅਤੇ ਉਸਦਾ ਕੁਝ ਵੀ ਨਾ ਵਿਗੜਿਆ। ਇਹ ਦੇਖ ਕੇ ਹਰਨਾਕਸ਼ ਨੇ ਗੁੱਸੇ ਵਿੱਚ ਅੰਨਾ ਹੋ ਕੇ ਤਲਵਾਰ ਕੱਢ ਲਈ ਅਤੇ ਪ੍ਰਹਲਾਦ ਉੱਤੇ ਵਾਰ ਕੀਤਾ। ਤਲਵਾਰ ਥੰਮ ਵਿੱਚ ਵੱਜੀ, ਥੰਮ ਟੁੱਟ ਗਿਆ ਅਤੇ ਥੰਮ ਵਿੱਚੋਂ ਪਰਮਾਤਮਾ ਨਰਸਿੰਘ ਦੇ ਰੂਪ ਵਿੱਚ ਪ੍ਰਗਟ ਹੋ ਗਿਆ। ਪਰਮਾਤਮਾ ਦੇ ਇਸ ਰੂਪ ਦਾ ਅੱਧਾ ਧੜ ਮਨੁੱਖ ਅਤੇ ਅੱਧਾ ਧੜ ਸ਼ੇਰ ਵਾਲਾ ਸੀ। ਉਹ ਹਰਨਾਕਸ਼ ਨੂੰ ਚੁੱਕ ਕੇ ਦਹਿਲੀਜ਼ ਉੱਤੇ ਬੈਠ ਗਿਆ ਅਤੇ ਉਸਦਾ ਸਿਰ ਆਪਣੇ ਪੱਟਾਂ ਉੱਤੇ ਰੱਖ ਲਿਆ। ਹਰਨਾਕਸ਼ ਨੇ ਨਰਸਿੰਘ ਨੂੰ ਆਪਣੀ ਵਰ ਪ੍ਰਾਪਤੀ ਬਾਰੇ ਦੱਸਿਆ। ਨਰਸਿੰਘ ਨੇ ਕਿਹਾ ਕਿ ਉਸਨੂੰ ਉਸਦੇ ਵਰ ਦੀ ਸ਼ਰਤਾਂ ਪੂਰੀਆਂ ਕਰਕੇ ਹੀ ਮਾਰਿਆ ਜਾ ਰਿਹਾ ਹੈ। ਇਹ ਕਹਿ ਕੇ ਨਰਸਿੰਘ ਨੇ ਹਰਨਾਕਸ਼ ਨੂੰ ਆਪਣੀਆਂ ਨੌਂਦਰਾਂ ਨਾਲ ਮਾਰ ਦਿੱਤਾ। ਉਸ ਸਮੇਂ ਨਾ ਦਿਨ ਸੀ ਅਤੇ ਨਾ ਰਾਤ, ਬਲਕਿ ਦੋਵੇਂ ਵਕਤ ਮਿਲਦੇ ਸਨ ਅਤੇ ਭਾਵ ਸ਼ਾਮ ਦਾ ਸਮਾਂ ਸੀ। ਉਸ ਸਮੇਂ ਹਰਨਾਕਸ਼ ਨਾ ਅੰਦਰ ਸੀ ਅਤੇ ਨਾ ਬਾਹਰ ਸੀ, ਅਤੇ ਨਾ ਹੀ ਰਾਤ ਸੀ ਨਾ ਹੀ ਦਿਨ ਸੀ, ਨਾ ਅੰਦਰ ਸੀ ਨਾ ਬਾਹਰ ਸੀ, ਸਗੋਂ ਦਹਲੀਜ਼ ਉੱਤੇ ਸੀ। ਉਹ ਧਰਤੀ ਜਾਂ ਆਕਾਸ਼ ਦੀ ਥਾਂ 'ਤੇ ਨਰਸਿੰਘ ਦੇ ਪੱਟਾਂ ਉੱਤੇ ਸੀ। ਉਹ ਨਾ ਬਿਮਾਰੀ ਨਾਲ ਨਾ ਹਥਿਆਰਾਂ ਨਾਲ ਮਰਿਆ, ਸਗੋਂ ਨਰਸਿੰਘ ਦੀਆਂ ਨੌਂਦਰਾਂ ਨੇ ਉਸਨੂੰ ਸਦਾ ਦੀ ਨੀਂਦ ਸੁਲਾ ਦਿੱਤਾ। ਉਸਨੂੰ ਮਾਰਨ ਵਾਲਾ ਨਾ ਪੂਰਾ ਮਨੁੱਖ ਸੀ ਨਾ ਹੀ ਪਸ਼ੂ ਸੀ। ਇਸ ਤਰ੍ਹਾਂ ਹਰਨਾਕਸ਼ ਨੂੰ ਵਰ ਪ੍ਰਾਪਤੀ ਵੀ ਨਾ ਬਚਾ ਸਕੀ। ਹਰਨਾਕਸ਼ ਦੇ ਅੰਤ ਮਗਰੋਂ ਪ੍ਰਹਲਾਦ ਧਰਤੀ ਉੱਤੇ ਰਾਜ ਕਰਨ ਲੱਗਾ ਅਤੇ ਉਸਦੇ ਰਾਜ ਵਿੱਚ ਸਾਰੇ ਸੁਖੀ ਹੋ ਗਏ। ਇਹ ਬੇਟਾ ਸਾਰ ਹੈ ਪ੍ਰਹਲਾਦ ਭਗਤ ਦਾ, ਠੀਕ ਹੈ। ਤੁਸੀਂ ਇਹ ਵੀ ਸਕਰੀਨਸ਼ਾਟ ਲੈ ਕੇ ਤੁਸੀਂ ਕਰ ਸਕਦੇ ਹੋ, ਠੀਕ ਹੈ ਬੇਟਾ। ਧੰਨਵਾਦ।